औद घटै दिन सरै नारे, मन गुर मिल काज सवारे। एहो संसार विकार संशय में, तरयो ब्रह्म ज्ञानी। जिसै जगावै पियावै रसो, अकथ कथा तिन जानी। जाको आए सोई ब्याजो, हर गुर ते मन है बसेरा। निज कर महल पावो सुख सहजे, बहुर न हुए गुफेरा। अंतर जामी पुरख विधाते, सरदा मन की पूरे। नानक दास ये है सुख मांगै, मुख कर संतन की तूरे। सुकोटल गुरु सेविय, ऐनस सहज सुभाए। दर्शन परसिय गुरु के, जन्म मरण दुख जाए। सिवत कसमधि नूरे हरसों कुरसों चटिया। डिठे सच्चे पातशाह, मल जन्म जन्म दी कटिया। डिठे सच्चे पातशाह, माल जन्म जन्म दी कटिया। सतनाम श्री वाहिगुरु साहिब जीओ। सोरठ महला पंजवा। कोट ब्रह्मंड को ठाकर स्वामी, सर्व जिया का दातारे। प्रतिपाले नित सार संभालै, एक गुण नहीं मूर्ख जाता रे। हर आराधना जाना रे, हर हर गुर गुर करता रे। हर जियो नाम पर्यो रामदास, कोट ब्रह्मंड को ठाकर स्वामी, सर्व जिया का दाता रे। वाहिगुरु जी का खालसा, वाहिगुरु जी की फतेह। धन धन सतगुरु श्री गुरु ग्रंथ साहिब जियां दी पवित्र पावन हजूरी अंदर सभाएमान हो रही गुरु की संगत। आप संगत ने सतगुरां दे दरबार अंदर बैठ के सतगुरां दी इलाही अगमी बाणी दे कीर्तन दियां दातां सरवण कीतियां। इस वेले लड़ीवार गुरबानी की कथा साहिब गुरु ग्रंथ साहिब पातशाह जी जो सानू बख्शिश कर रहे हैं। आओ कुछ समय लिए अपने मन के ध्यान नू टकाइए, भावना नाल शरधा नाल सतगुरां दे बचन सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला पंजवा। पंचम पातशाह शहीदां दे सरताज बानी नू रचनहार गुरु अर्जन देव पातशाह जी सोठ राग दा ये शब्द बख्शिश कर रहे ने। 612 अंग के उपर महाराज जियां ने यह शब्द अंकित किया है, दर्ज किया है।
ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੇ ਅੰਗ 612 ਦੇ ਉੱਪਰ ਮਹਾਰਾਜ ਇਹ ਉਪਦੇਸ਼ ਬਖਸ਼ਦੇ ਹਨ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਗੁਰੂ ਬਖਸ਼ਿਸ਼ ਕਰਦੇ ਜੋ ਸੁਆਮੀ ਮਾਲਕ ਹੈ ਨਾ ਪਰਮਾਤਮਾ, ਉਹ ਇੱਕ ਧਰਤੀ ਦਾ ਨਹੀਂ, ਇੱਕ ਦੀਪ ਦਾ ਨਹੀਂ, ਜਾਂ ਇੱਕ ਬ੍ਰਹਮੰਡ ਦਾ ਨਹੀਂ, ਉਹ ਪਰਮਾਤਮਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ। ਭਾਵ ਕਿ ਬੇਗਿਣਤ, ਜਿੱਥੇ ਗਿਣਤੀ ਮੁੱਕ ਜਾਵੇ, ਇੰਨਿਆਂ ਬ੍ਰਹਮੰਡਾਂ ਨੂੰ ਸਜਾਉਣ ਵਾਲਾ, ਬਣਾਉਣ ਵਾਲਾ, ਸਾਜਣ ਵਾਲਾ ਉਹ ਪਰਮਾਤਮਾ ਮਾਲਕ ਹੈ ਇਹਨਾਂ ਖੰਡਾਂ ਦੇ ਬ੍ਰਹਮੰਡਾਂ ਦਾ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸੁਆਮੀ ਜੋ ਮਾਲਕ ਹੈ ਪਰਮਾਤਮਾ, ਉਹ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਹੈ। ਕਰੋੜਾਂ ਬ੍ਰਹਮੰਡਾਂ ਨੂੰ ਬਣਾ ਕੇ ਉਹਨਾਂ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਤੇ ਸਤਿਗੁਰਾਂ ਨੇ ਬਚਨ ਬਖਸ਼ਿਸ਼ ਕੀਤਾ, ਕਹਿਣ ਲੱਗੇ ਸਰਬ ਜੀਆਂ ਕਾ ਦਾਤਾ ਰੇ। ਉਹਨਾਂ ਬ੍ਰਹਮੰਡਾਂ ਦੇ ਵਿੱਚ ਜਿੰਨੇ ਜੀਵ ਜੰਤੂ ਪੈਦਾ ਕੀਤੇ, ਭਾਵੇਂ ਕੀੜੇ ਮਕੌੜੇ ਨੇ, ਮਨੁੱਖ ਨੇ, ਪਸ਼ੂ ਪੰਛੀ ਨੇ, ਜਿੱਥੇ ਜਿੱਥੇ ਜੋ ਜੋ ਵੀ ਉਸਨੇ ਪੈਦਾ ਕੀਤਾ ਹੈ, ਉੱਥੇ ਉੱਥੇ ਉਹਨਾਂ ਸਾਰਿਆਂ ਦੀ ਉਹ ਪਾਲਣਾ ਵੀ ਕਰਦਾ ਪਿਆ, ਦਾਤਾ ਦਾਤ ਵੀ ਦਿੰਦਾ ਪਿਆ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਜਰੀ ਰਾਗ ਵਿੱਚ ਬਖਸ਼ਿਸ਼ ਕੀਤੀ ਹੈ, ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕਾ ਗਏ ਕਰ ਤਰਿਆ। ਭਾਵੇਂ ਪੱਥਰ ਨੇ, ਭਾਵੇਂ ਪਹਾੜ ਨੇ, ਉਹਨਾਂ ਵਿੱਚ ਕੀੜੇ ਮਕੌੜੇ, ਨਿੱਕੇ ਨਿੱਕੇ ਜੀਵ ਜੰਤੂ ਪੈਦਾ ਹੋਏ, ਪਰ ਉਹਨਾਂ ਨੇ ਖਾਣਾ ਕੀ ਹੈ, ਇਸ ਗੱਲ ਦਾ ਫਿਕਰ ਉਸ ਪਰਮਾਤਮਾ ਨੂੰ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ। ਸੋ ਜਿੱਥੇ ਜਿੱਥੇ ਕਿਸੇ ਦਾ ਦਾਣਾ ਉਸਨੇ ਲਿਖਿਆ ਹੋਇਆ, ਪਰਮਾਤਮਾ ਨੇ ਵਿਧੀ ਬਣਾਈ ਹੈ, ਉੱਥੇ ਉੱਥੇ ਪਹੁੰਚ ਕੇ ਉਹ ਜੀਵ ਜਿਹੜੇ ਨੇ ਉਹਨਾਂ ਦਾਤਾਂ ਨੂੰ ਪ੍ਰਾਪਤ ਕਰਦੇ ਨੇ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਜੋ ਸੁਆਮੀ ਮਾਲਕ ਹੈ ਨਾ ਪਰਮਾਤਮਾ, ਉਹ ਕਰੋੜਾਂ ਬ੍ਰਹਮੰਡਾਂ ਨੂੰ ਸਾਜਣ ਵਾਲਾ, ਬਣਾਉਣ ਵਾਲਾ ਹੈ। ਸੋ ਉਹਨਾਂ ਬ੍ਰਹਮੰਡਾਂ ਵਿੱਚ ਪੈਦਾ ਕੀਤੇ ਜੀਵਾਂ ਨੂੰ ਫਿਰ ਦਾਤਾ ਬਣ ਕੇ ਦਾਤਾ ਦਿੰਦਾ ਹੈ, ਫਿਰ ਸਾਰਿਆਂ ਦੀ ਉਹ ਪਾਲਣਾ ਕਰਦਾ ਹੈ। ਪ੍ਰਤ ਪਾਲੇ ਨਿਤ ਸਾਰ ਸੰਭਾਲੈ। ਪਰਮਾਤਮਾ ਹੈ ਨਾ, ਪਾਲਦਾ ਹੈ ਸਾਰਿਆਂ ਨੂੰ, ਪਾਲ ਕੇ ਨਿਤ ਸਾਰ ਸੰਭਾਲੇ, ਨਿਤਾ ਪ੍ਰਤੀ ਹਰ ਰੋਜ਼ ਸਾਰਿਆਂ ਦੀ ਸਾਂਭ ਸੰਭਾਲ ਵੀ ਕਰਦਾ ਹੈ। ਕਿਹਨੂੰ ਕੀ ਚਾਹੀਦਾ ਉਹਦੇ ਵਾਸਤੇ ਉਸਨੇ ਉਹ ਪ੍ਰਬੰਧ ਕੀਤਾ ਹੋਇਆ, ਕਿਹੜਾ ਭੋਜਨ ਰਾਤ ਨੂੰ ਖਾਣ ਵਾਲਾ, ਕਿਹੜਾ ਦਿਨੇ ਖਾਣ ਵਾਲਾ, ਕਿਹੜਾ ਸ਼ਿਕਾਰ ਕਰਕੇ ਖਾਣ ਵਾਲਾ, ਕਿਹੜਾ ਬਣਿਆ ਬਣਾਇਆ ਖਾਣ ਵਾਲਾ, ਕਿੰਨੇ ਪੱਤਿਆਂ ਦਾ ਭੋਜਨ ਖਾਣਾ, ਕਿੰਨੇ ਮਾਸ ਦਾ ਭੋਜਨ ਖਾਣਾ, ਕਿੰਨੇ ਅੰਨ ਦਾ ਭੋਜਨ ਖਾਣਾ, ਕਿੰਨੇ ਜੀਵ ਜੰਤੂਆਂ ਦਾ ਭੋਜਨ ਖਾਣਾ। ਉਹ ਪਰਮਾਤਮਾ ਇੰਨਾ ਸਮਰੱਥ ਹੈ। ਪ੍ਰਤਪਾਲੈ ਨਿਤ, ਰੋਜ਼ ਬਰ ਰੋਜ਼ ਸਾਰਿਆਂ ਨੂੰ ਉਹ ਪਾਲਦਾ ਹੈ। ਸਾਰ ਸੰਭਾਲੈ, ਸਾਰਿਆਂ ਦੀ ਉਹ ਸਾਂਭ ਸੰਭਾਲ ਕਰਦਾ। ਖਬਰਦਾਰ ਖਬਰ ਸਾਰਿਆਂ ਦੀ ਲੈਂਦਾ, ਕੋਈ ਇਹੋ ਜਿਹਾ ਨਹੀਂ ਜਿਹਦੀ ਉਸਨੇ ਖਬਰ ਨਹੀਂ ਲਈ, ਉਹਦੀ ਉਹ ਸੰਭਾਲ ਨਹੀਂ ਕਰਦਾ ਹੈ। ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਪਰਮਾਤਮਾ ਦੇ ਸਾਡੇ ਉੱਪਰ ਗੁਣ ਤੇ ਬੜੇ ਨੇ, ਸਾਡੇ ਉੱਪਰ ਪਰਉਪਕਾਰ ਤੇ ਪਰਮਾਤਮਾ ਦੇ ਬੜੇ ਨੇ। ਇਹ ਜੋ ਸਾਡਾ ਸਰੀਰ ਹੈ ਨਾ, ਇਹ ਸਰੀਰ ਦੇ ਉੱਪਰ ਉਹ ਕਿੰਨੇ ਕੁ ਪਰਉਪਕਾਰ ਕਰਦਾ ਹੈ। ਦੁਨੀਆ ਦੀ ਸਾਇੰਸ ਨੇ, ਦੁਨੀਆ ਦੇ ਤਜਰਬੇ ਨੇ, ਦੁਨੀਆ ਦੇ ਵੈਦ ਨੇ ਕੇਵਲ ਸਰੀਰ ਨੂੰ 2.5% ਸਮਝਿਆ ਹੈ। ਇੰਨੀ ਜਾਣਕਾਰੀ ਇਹ ਦੁਨੀਆ ਦੇ ਬੰਦੇ ਨੂੰ ਹੋਈ ਹੈ। ਇਹਦੇ ਵਿੱਚ ਕਿੰਨੇ ਗੁਣ ਨੇ, ਕਿੰਨੀਆਂ ਦਾਤਾਂ ਨੇ, ਕਿਹੜੇ ਵੇਲੇ ਕੀ ਹੋ ਜਾਣਾ, ਇਹ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਗੁਣ ਵੀ ਨਹੀਂ, ਇੱਕ ਪਰਉਪਕਾਰ ਵੀ ਮਨੁੱਖ ਨੇ ਉਹਦਾ ਜਾਣਿਆ ਨਹੀਂ। ਪਰਉਪਕਾਰ ਤੇ ਉਹ ਲੱਖਾਂ ਹੀ ਕਰਦਾ, ਕਰੋੜਾਂ ਹੀ ਕਰਦਾ, ਪਰ ਇੰਨੇ ਪਰਉਪਕਾਰਾਂ ਵਿੱਚੋਂ ਇੱਕ ਵੀ ਬੰਦਿਆ ਤੂੰ ਉਹਦੇ ਪਰਉਪਕਾਰ ਦਾ ਧੰਨਵਾਦ ਨਹੀਂ ਕਦੇ ਕੀਤਾ ਵੀ ਪਰਮਾਤਮਾ ਤੂੰ ਮੈਨੂੰ ਆਹ ਬਖਸ਼ਿਸ਼ ਦਿੱਤੀ ਹੈ, ਮੈਂ ਤੇਰਾ ਧੰਨਵਾਦ ਕਰਾਂ। ਸਗੋਂ ਇਹ ਜੀਵ ਹਰ ਵੇਲੇ ਉਸ ਪਰਮਾਤਮਾ ਨੂੰ ਉਲਾਂਭਾ ਹੀ ਦਿੰਦਾ ਹੈ, ਮਾੜਾ ਹੀ ਕਹਿੰਦਾ, ਮੈਨੂੰ ਇਹ ਨਹੀਂ ਮਿਲਿਆ, ਮੈਨੂੰ ਇਹ ਮਿਲਣਾ ਚਾਹੀਦਾ, ਮੇਰਾ ਇੱਥੇ ਨੁਕਸਾਨ ਹੋਇਆ, ਮੈਨੂੰ ਇੱਥੇ ਘਾਟਾ ਪੈ ਗਿਆ। ਮਹਾਰਾਜ ਕਹਿਣ ਲੱਗੇ ਬੰਦਿਆ, ਉਹਨੇ ਤੇਰੇ ਤੇ ਪਰਉਪਕਾਰ ਤੇ ਬੇਅੰਤ ਕੀਤੇ, ਪਰ ਇੱਕ ਗੁਣ ਵੀ ਤੂੰ ਉਹਦਾ ਜਾਣਿਆ ਨਹੀਂ, ਇੱਕ ਵੀ ਪਰਉਪਕਾਰ ਨੂੰ ਜਾਣਿਆ ਨਹੀਂ। ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਇਸ ਮੂਰਖ ਜੀਵ ਨੇ, ਮੂਰਖ ਆਦਮੀ ਨੇ ਪਰਮਾਤਮਾ ਦੇ ਇੰਨੇ ਗੁਣਾਂ ਵਿੱਚੋਂ ਇੱਕ ਵੀ ਗੁਣ ਦਾ ਇਸ ਨੇ ਕਹਿ ਲਈਏ ਸ਼ੁਕਰਾਨਾ ਨਹੀਂ ਕੀਤਾ ਹੈ। ਹਰਿ ਆਰਾਧਨਾ ਜਾਣਾ ਰੇ। ਪਰਮਾਤਮਾ ਮੈਂ ਤੈਨੂੰ ਵਿਧੀ ਪੂਰਵਕ
तेरे नाम नूं ध्योना मैं जानिया नहीं है। मैं तो लोकां वल वेख के जे कोई आखदा राम राम ते राम राम कर छड्या, जे कोई आखदा अल्लाह अल्लाह ते अल्लाह अल्लाह कह छड्या। मैं तेरे नाम नूं तेरी सिफत नूं विधि पूर्वक कहना जानदा नहीं भी कहना किवें चाहीदा है। हर आराधना जाना रे परमात्मा, मैं तैनूं मर्यादा दे मुताबिक आराधना जानदा ही नहीं, कदे समझिया ही नहीं, कदे पुछिया ही नहीं किसी नूं आके भी परमात्मा नूं आराधीदा किवें है, परमात्मा दे नाम नूं जपीदा किवें है, उहदा नाम जपण तो पहला की करीदा है, ये तो कदे जानिया ही नहीं है। सतगुरां ने सानू मर्यादा बख्शिश की है ना, गुरसिख नूं मर्यादा ही दसी है। महाराज ने अमृत वेले उठ के सारियां तो पहला इशनान करना है। विधि की है परमात्मा दे नाम नूं जपण दी, अमृत वेले दा इशनान करना, इशनान करन तो मगरों फिर अरदास करनी। सतगुरु गोबिंद सिंह महाराज के चरणों में महाराज आप जियां ने अमृत वेला बख्शिश किया है, अते इस अमृत वेले हुण मैनूं नितनेम दी नाम दी दात बख्शिश करो। इशनान तो उपरंत अरदास करके फिर नितनेम दे विच बैठना। नितनेम दी गुरबाणी दे पाठ नूं बड़ी सावधानता दे नाल करना, सावधान एकाग्र चीत। नितनेम करदिआं कदे आलस ना आवे, दलिद्र ना आवे। कई बारी की करदे मनो कोई लम्मा पै जांदा, कोई आलस करके ढिला इधर उधर नूं हो जाता। महाराज कहन लगे नहीं, जदों नाम जपना सावधान होके जा, जदों नितनेम तेरा संपूर्ण हो गया फिर उस वेले उठ के अरदास कर सतगुरां दे चरनां विच। आप जी ने ये कृपा की है, मेरे कोलों नितनेम करवाया है, तो ये यतन कर। जदों मैं अरदास करके नितनेम शुरू किया है, मैं नितनेम करन तो उपरंत अरदास करांगा, फिर ही मैं किसी नाल बचन बिलास करांगा। इस तरीके दे नाल अपने नितनेम की कमाई नूं कर, इस तरीके दे नाल नाम नूं जपिया कर। पर गुरमुखो असी बाणी पढ़दिआं होया सानू गल्लां बड़ियां जरूरी ने, सानू काम बड़े जरूरी ने। नितनेम जिहड़ा सारियां तो जरूरी सी, असी वो नितनेम करदिआं होया भी दूजे नाल गल करन तो गुरेज नहीं करदे। नाम जपदिआं असी झट गल करन नूं अहमियत दिंदे आ। सब तो वड्डा कलयुग दा प्रभाव ये जो साडे कोल मोबाइल फोन आ गए ने ना, ये रब दी बंदगी वालों दूर करदे पए ये जीव नूं। सो नितनेम करदा पिया, नाम जपदा पिया, बैठा होया गुरु दे सिमरन विच। इधरों किसी कलयुगी जीव ने जदों मोबाइल की घंटी वजी सब कुछ छड्डिया ते गल्लां लग पिया। महाराज कहन लगे भाई ये प्राप्ति तैनूं तां नहीं है, तेरे जीवन में गिरावट तां आ रही है, तेरे जीवन में एक मर्यादा नहीं रह गई है। सो मर्यादा पूर्वक जिहड़ा है वो नाम जपना है, गुरबाणी पढ़नी है, तो यतन करना भी गुरबाणी पढ़दिआं किसी नाल बचन बिलास ना किया जाए। साहिब गुरु तेग बहादुर महाराज जियां दा आपां इतिहास पढ़ते हैं ना, विद्वान ये गल कहिंदे जदों गुरु तेग बहादुर पातशाह जी अपनी कुर्बानी देन लगे ना दिल्ली दे विच, ते सतगुरां ने जलाद नूं पहलां आखिया, कहन लगे भाई हुण असीं बचन बिलास नहीं करना, हुण असीं श्री जपजी साहब गुरबाणी दा पाठ कर लगे हाँ। जदों असीं पाठ करके अपना सीस नवावांगे ना काल पुरख दे चरनां विच, तू उदों तलवार दा वार करी, असीं तैनूं कवांगे नहीं भी हुण तलवार दा वार कर। कारण यह है असीं हुण गुरु नानक साहब जी गुरबाणी श्री जपजी साहब नूं पढ़न लगे हाँ। गुरबाणी पढ़दिआं उहदे विच किसी नाल बचन बिलास नहीं करीदा। साहिब गुरु तेग बहादुर महाराज साहब जियां ने जपजी साहब गुरबाणी दे एक नहीं कई पाठ करन तो उपरंत विद्वानां ने बख्शिश बचन किए ने। 3 पाठ श्री जपजी साहब महाराज जियां ने अपने मुख तो उस वेले जिहड़े ने उचारण किए। गुरबाणी का पाठ करन तो मगरों जदों महाराज जियां ने अपना सीस झुकाया तो उस वेले जलाद ने तलवार का वार किया। ये इतिहासक गवाही जिहड़ी है ना वो सानू इस गल वल प्रेरदी है। गुरु समर्थ है, गुरु नूं लोड़ कोई नहीं है किसी भी कर्म करन दी, गुरु ते मुक्त परमेश्वर का रूप है। पर सतगुरां ने सानू ये समझा दिता जदों असीं नितनेम करदे हां, जदों असीं बाणी पढ़दे हां, केवल बाणी ही पढ़दे हां, उदों किसी दुनियावी बंदे दे नाल कोई दुनियावी गल नहीं करदे। महाराज जियां ने जपजी साहब का पाठ शुरू होने तो उपरंत जलाद नाल कोई बचन ही नहीं किया है, उस तो उपरंत शहीदी प्राप्त हो गए। महाराज इत्थे बख्शिश बचन कर दे,
ਕਹਿਣ ਲੱਗੇ ਭਾਈ ਅਸੀਂ ਉਸ ਨੂੰ ਵਿਧੀ ਪੂਰਵਕ ਉਹਦੇ ਨਾਮ ਨੂੰ ਜਪਣਾ ਜਾਣਿਆ ਹੀ ਨਹੀਂ ਹੈ, ਸਾਡੇ ਕੋਲ ਵਿਧੀ ਰਹਿ ਹੀ ਨਹੀਂ ਗਈ ਹੈ। ਕਲਯੁਗ ਦਾ ਭਿਆਨਕ ਸਮਾਂ ਇਹੋ ਜਿਹਾ ਆ ਗਿਆ, ਗੁਰਬਾਣੀ ਦੇ ਵਿੱਚ ਗੱਲਾਂ ਕਰਨੀਆਂ ਅਤਿਅੰਤ ਜ਼ਰੂਰੀ ਹੋ ਗਈਆਂ, ਜਾਂ ਸਰੀਰ ਵਿੱਚ ਢਿਲਾਈ ਇੰਨੀ ਆ ਗਈ ਹੈ, ਖਰੋਟ ਇੰਨੀ ਆ ਗਈ ਹੈ ਸਰੀਰ ਦੇ ਵਿੱਚ। ਕੁਝ ਲੋਕ ਪਾਪੀ ਉਹ ਵੀ ਨੇ ਜਿਹੜੇ ਖੰਡ ਪਾਠ ਨੂੰ ਕਰਦਿਆਂ ਹੋਇਆਂ, ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਦੂਜੇ ਦੇ ਨਾਲ ਗੱਲ ਕਰ ਲੈਂਦੇ, ਵੱਡਾ ਭਾਰੀ ਪਾਪ ਉਹ ਕਮਾਉਂਦੇ ਪਏ। ਅਖੰਡ ਤੋਂ ਭਾਵ ਹੁੰਦਾ ਇੱਕ ਰਸ, ਜਿਹਦੇ ਵਿੱਚ ਕੋਈ ਖੰਡਨ ਨਾ ਕੀਤਾ ਜਾਵੇ, ਕੋਈ ਰੁਕਾਵਟ ਨਾ ਪਾਈ ਜਾਵੇ। ਪਰ ਉਮਰਾਂ ਦਾ ਤਕਾਜ਼ਾ ਹੋਣ ਕਰਕੇ, ਉਮਰਾਂ ਜਦੋਂ ਜ਼ਿਆਦਾ ਹੋ ਜਾਂਦੀ ਹੈ ਨਾ, ਉਦੋਂ ਫਿਰ ਵੱਸ ਦੀ ਗੱਲ ਨਹੀਂ ਰਹਿ ਜਾਂਦੀ। ਫਿਰ ਆਪਣੇ ਬੁੱਢੇਪਣ ਦਾ ਹਵਾਲਾ ਦੇ ਦਿੱਤਾ, ਹੁਣ ਤੇ ਉਮਰਾਂ ਹੋ ਗਈ ਹੈ, ਜੇ ਉਮਰਾਂ ਹੋ ਗਈ ਹੈ ਤਾਂ ਫਿਰ ਕਰਮ ਨਾ ਕਰ ਜਿਹੜਾ ਨਹੀਂ ਕਰ ਸਕਦਾ। ਸੋ ਭਾਵ ਇਹ ਹੈ, ਪਰਮਾਤਮਾ ਦੇ ਨਾਮ ਨੂੰ ਜਦੋਂ ਜਪਣਾ ਹੈ, ਗੁਰਸਿੱਖ ਵਾਸਤੇ ਮਰਿਆਦਾ ਇਹ ਹੈ, ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨ ਤੋਂ ਮਗਰੋਂ ਆਪਣਾ ਪਲੰਘੇ ਤੇ ਬੈਠ ਕੇ, ਮੰਜੇ ਤੇ ਬੈਠ ਕੇ, ਭੁੰਜੇ ਬੈਠ ਕੇ, ਆਪਣੇ ਆਸਣ ਤੇ ਬੈਠ ਕੇ ਨਿਤਨੇਮ ਸ਼ੁਰੂ ਕਰ। ਜਦੋਂ ਨਿਤਨੇਮ ਸੰਪੂਰਨ ਹੋ ਜਾਵੇ ਫਿਰ ਉੱਠ ਕੇ ਅਰਦਾਸ ਬੇਨਤੀ ਕਰ। ਉਸ ਤੋਂ ਉਪਰੰਤ ਕਿਸੇ ਨਾਲ ਕੋਈ ਬਚਨ ਬਿਲਾਸ ਕਰਨਾ ਹੈ, ਉਹ ਬਚਨ ਬਿਲਾਸ ਕਰ। ਇਸ ਤਰ੍ਹਾਂ ਆਨੰਦ ਆਵੇਗਾ, ਇਸ ਤਰ੍ਹਾਂ ਪ੍ਰਾਪਤੀ ਹੋਵੇਗੀ, ਜੀਵਨ ਤੇਰਾ ਅੱਗੇ ਵਧੇਗਾ। ਦਿਨ ਦੇ ਵਿੱਚ ਵੀ ਜਿਹੜਾ ਤੂੰ ਨਿਤਨੇਮ ਕਰਦਾ ਹੈ, ਕੁਝ ਗੁਰਸਿੱਖ ਜਿਹੜੇ ਨੇ ਦਿਨ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਜਾਂ ਹੋਰਾਂ ਗੁਰਬਾਣੀਆਂ ਦਾ ਪਾਠ ਕਰਦੇ, ਜਦੋਂ ਦਿਨ ਵਿੱਚ ਵੀ ਪਾਠ ਕਰਦਾ ਉਦੋਂ ਵੀ ਪਹਿਲਾਂ ਅਰਦਾਸ ਕਰ, ਫਿਰ ਪਾਠ ਸ਼ੁਰੂ ਕਰ, ਉਪਰੰਤ ਫਿਰ ਪਾਠ ਸੰਪੂਰਨ ਕਰਨ ਤੇ ਫਿਰ ਅਰਦਾਸ ਬੇਨਤੀ ਕਰ। ਪ੍ਰਾਪਤੀ ਤਾਂ ਤੈਨੂੰ ਜਿਹੜੀ ਉਹ ਬਖਸ਼ਿਸ਼ ਦੇ ਰੂਪ ਦੇ ਵਿੱਚ ਹੋਵੇਗੀ। ਜਾਂ ਅਸੀਂ ਘਰਾਂ ਵਿੱਚ ਸ੍ਰੀ ਸਹਿਜ ਪਾਠ ਜਿਹੜੇ ਗੁਰਮੁਖ ਨੇ ਉਹ ਕਰਦੇ ਨੇ। ਕਈ ਵਾਰੀ ਕੀ ਹੁੰਦਾ, ਪੋਥੀ ਤੋਂ ਸਹਿਜ ਪਾਠ ਕਰਦੇ ਪਏ, ਕੋਈ ਆ ਗਿਆ ਗੱਲ ਕਰਨ ਵਾਲਾ, ਅਸੀਂ ਉੱਥੇ ਉਂਗਲ ਰੱਖ ਲਈ ਵੀ ਮੈਂ ਇੱਥੇ ਪੜ੍ਹਦਾ ਪਿਆ, ਉਸ ਪੰਕਤੀ 'ਤੇ ਉਂਗਲ ਰੱਖ ਕੇ ਅਸੀਂ ਦੂਜੇ ਨਾਲ ਗੱਲਾਂ ਲੱਗ ਪਏ। ਜਾਂ ਸਾਨੂੰ ਕੋਈ ਮੋਬਾਈਲ ਫੋਨ ਆ ਗਿਆ ਉਹਦੇ 'ਤੇ ਗੱਲਾਂ ਲੱਗ ਪਏ। ਨਹੀਂ, ਇਸ ਤਰ੍ਹਾਂ ਦਾ ਕਰਮ ਨਹੀਂ ਹੈ। ਜਦੋਂ ਸਹਿਜ ਪਾਠ ਕਰਨ ਲੱਗਾ ਪਹਿਲਾਂ ਅਰਦਾਸ ਕਰ ਮਹਾਰਾਜ ਦੇ ਚਰਨਾਂ ਵਿੱਚ, ਸਤਿਗੁਰੂ ਮੈਨੂੰ ਤੁਸੀਂ ਬਾਣੀ ਪੜ੍ਹਨ ਦਾ ਇਹ ਸਮਾਂ ਬਖਸ਼ਿਆ ਹੈ, ਇਹ ਮੈਨੂੰ ਬਲ ਬਖਸ਼ਿਆ ਹੈ, ਤੇ ਮੈਂ ਹੁਣ ਨਿਰਵਿਘਨਤਾ ਸਹਿਤ ਆਪ ਜੀ ਕਿਰਪਾ ਕਰੋ ਇਸ ਬਾਣੀ ਨੂੰ ਪੜ੍ਹਾਂ। ਜਿੰਨਾ ਸਮਾਂ ਵੀ ਗੁਰੂ ਕਿਆ ਸਿੱਖਾ ਤੂੰ ਲਾਉਣਾ ਹੈ, ਉਹਨਾਂ ਸਮਾਂ ਦੁਨੀਆ ਨਾਲੋਂ ਟੁੱਟ ਕੇ, ਸੰਸਾਰ ਨਾਲੋਂ ਟੁੱਟ ਕੇ ਨਿਰੰਕਾਰ ਦੇ ਨਾਲ ਜੁੜ, ਤੇ ਗੁਰਬਾਣੀ ਪੜ੍ਹਨ ਤੋਂ ਮਗਰੋਂ ਫਿਰ ਅਰਦਾਸ ਬੇਨਤੀ ਕਰ ਕਿ ਸਤਿਗੁਰੂ ਇਹ ਦਾਤ ਆਪ ਜੀਆਂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ, ਜਿੰਨੀ ਆਪ ਜੀ ਦੀ ਰਹਿਮਤ ਹੋਈ ਮੈਂ ਉਹਨਾਂ ਗੁਰਬਾਣੀ ਨੂੰ ਪੜ੍ਹਿਆ ਹੈ। ਔਰ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਸ਼ੰਕਾ ਰੱਖ ਕੇ ਨਹੀਂ, ਭਰਮ ਰੱਖ ਕੇ ਨਹੀਂ। ਕਦੇ ਇੱਕ ਅੰਗ ਥੱਲਿਆ ਇਧਰੋਂ ਕੁਝ ਵੇਖ ਲਿਆ, ਪੰਜ ਅੰਗ ਥੱਲੇ ਦੂਜੇ ਬੰਨਿਓ ਵੇਖ ਲਿਆ। ਸ਼ਰਧਾ ਰੱਖ ਕੇ ਗੁਰਬਾਣੀ ਨੂੰ ਪੜ੍ਹ, ਤੇਰਾ ਭਲਾ ਹੋ ਜਾਵੇਗਾ। ਇਸੇ ਤਰ੍ਹਾਂ ਸ਼ਾਮ ਦਾ ਸਮਾਂ ਸ਼ੁਰੂ ਹੋਇਆ, ਰਹਿਰਾਸ ਸਾਹਿਬ ਜੀਆਂ ਦੇ ਪਾਠ ਦਾ ਸਮਾਂ ਹੋਇਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਕੇ ਗੁਰਬਾਣੀ ਦੇ ਪਾਠ ਨੂੰ ਬੈਠ ਕੇ ਬੜੇ ਆਨੰਦ ਦੇ ਨਾਲ ਆਪਣੇ ਮਨ ਦੇ ਧਿਆਨ ਨੂੰ ਟਿਕਾ ਕੇ ਪਾਠ ਨੂੰ ਸੰਪੂਰਨ ਕਰਕੇ ਫਿਰ ਅਰਦਾਸ ਬੇਨਤੀ ਕਰ। ਇਸ ਤਰ੍ਹਾਂ ਇਹ ਵਿਧੀ ਹੈ ਜੋ ਗੁਰੂ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਬਖਸ਼ੀ ਹੈ, ਗੁਰਬਾਣੀ ਪੜ੍ਹਨ ਦੀ। ਅਸੀਂ ਇਸ ਬਾਣੀ ਨੂੰ ਪੜ੍ਹਨ ਵਿੱਚ ਇੰਨਾ ਖੁੱਲ੍ਹ ਗਏ ਹਾਂ ਵੀ ਕਿਸੇ ਤਰ੍ਹਾਂ ਦੀ ਕੋਈ ਹੁਣ ਸਾਡੇ ਕੋਲ ਮਰਿਆਦਾ ਰਹਿ ਹੀ ਨਹੀਂ ਗਈ ਹੈ। ਗੱਲ ਕਰਨੀ ਬੜੀ ਜ਼ਰੂਰੀ ਹੋ ਗਈ। ਦੂਜੇ ਨੂੰ ਵੀ ਨਾਲ ਇਹ ਗੱਲ ਕਹਿ ਦਿੱਤੀ, ਕੋਈ ਗੱਲ ਨਹੀਂ, ਸਤਿਗੁਰਾਂ ਦੀ ਇੱਥੇ ਕੋਈ ਮਨਾਹੀ ਨਹੀਂ, ਆਪਾਂ ਗੱਲ ਕਰ ਹੀ ਸਕਦੇ ਹਾਂ। ਸੋ ਇਸ ਤਰ੍ਹਾਂ ਦੇ ਆਪ ਵੀ ਜੀਵਨ ਨੂੰ ਢਿੱਲੇ ਪੈ ਗਏ, ਦੂਜਿਆਂ ਨੂੰ ਵੀ ਇਹੋ ਜਿਹਾ ਉਪਦੇਸ਼ ਦੇ ਕੇ ਆਪਣੇ ਵਰਗਾ ਢਿਲਾਈ ਵਾਲੇ ਪਾਸੇ ਲੈ ਆਏ, ਜੀਵਨ ਦੂਜਿਆਂ ਦਾ ਵੀ ਢਿੱਲਾ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਇਸ ਤਰ੍ਹਾਂ ਫਿਰ ਪ੍ਰਾਪਤੀ ਨਹੀਂ ਹੋਵੇਗੀ। ਔਰ ਤੇਰੇ ਨਿਤਨੇਮ ਦਾ ਇੱਕ ਸਮਾਂ ਹੋਣਾ ਚਾਹੀਦਾ ਹੈ, ਉਸ ਸਮੇਂ ਦੇ ਵਿੱਚ ਤੂੰ ਨਿਤਨੇਮ ਨੂੰ ਕਰੇ, ਤੂੰ ਬਾਣੀ ਨੂੰ ਪੜ੍ਹੇ। ਜਿਵੇਂ ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਨਾ, ਉਸ ਅੰਮ੍ਰਿਤ ਵੇਲੇ ਪੱਕਾ ਨਿਤਨੇਮ ਤੋਂ ਭਾਵ ਹੁੰਦਾ ਨਿਤ ਦਾ ਨੇਮ। ਤੇ ਨੇਮ ਕੀ ਹੈ? ਮਰਿਆਦਾ ਇੱਕ ਵੇਲੇ ਦੀ। ਮੰਨ ਲਓ ਵੀ 4 ਵਜੇ ਨਿਤਨੇਮ ਕਰਨਾ ਹੈ ਤੇ 4 ਵਜੇ ਹਰ ਰੋਜ਼ ਕਰਨਾ ਹੈ, ਇਹ ਹੈ ਨਿਤਨੇਮ। ਇੱਕ ਦਿਨ 4 ਵਜੇ ਉੱਠਿਆ, ਇੱਕ ਦਿਨ ਫਿਰ ਅੱਗੇ ਹੋਰ ਘੰਟਾ ਲੇਟ ਹੋ ਗਿਆ, ਫਿਰ ਦੁਪਹਿਰ ਤੇ ਆ ਗਿਆ, ਸ਼ਾਮ ਤੇ ਆ ਗਿਆ, ਹੌਲੀ ਹੌਲੀ ਨਿਤਨੇਮ ਤੋਂ ਬਾਹਰ ਨਿਕਲ ਗਿਆ। ਨਿਤਨੇਮ ਤੋਂ ਭਾਵ ਹੁੰਦਾ ਇੱਕੇ ਸਮੇਂ ਕੀਤਾ ਗਿਆ ਕਰਮ। ਇਤਿਹਾਸ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਗੌਤਮ ਨਾਮ ਦਾ ਇੱਕ ਰਿਖੀ ਹੋਇਆ, ਕਹਿਣ ਲੱਗੇ ਉਹਦਾ ਨਿਤਨੇਮ ਕੀ ਸੀ? ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਇਹ ਹੈ ਨਿਤਨੇਮ ਉਹਦਾ।
ਅੰਮ੍ਰਿਤ ਵੇਲੇ ਰੋਜ਼ ਇੱਕੇ ਸਮੇਂ ਜਾ ਕੇ ਉਹ ਇਸ਼ਨਾਨ ਕਰਦਾ। ਪਰ ਜਿਸ ਦਿਨ ਇਸ ਨਾਲ ਧੋਖਾ ਹੋਣਾ ਨਾ, ਕਿਸੇ ਨੇ ਧੋਖਾ ਕਰਨਾ, ਉਸ ਦਿਨ ਸਮੇਂ ਤੋਂ ਪਰੇ ਹੋ ਗਿਆ। ਸਮੇਂ ਤੋਂ ਪਰੇ ਜਾ ਕੇ ਜਦੋਂ ਇਸ਼ਨਾਨ ਕੀਤਾ ਨਾ, ਤੇ ਫਿਰ ਇਸ ਨੂੰ ਸੋਝੀ ਮਿਲੀ, ਗਿਆਨ ਮਿਲਿਆ ਕਿ ਅੱਜ ਤੇਰਾ ਉਹ ਸਮਾਂ ਨਹੀਂ ਜਿਹੜੇ ਸਮੇਂ ਤੂੰ ਰੋਜ਼ ਆਉਂਦਾ। ਅੱਜ ਤੇਰੇ ਨਿਤਨੇਮ ਦੇ ਟਾਈਮ ਵਿੱਚ ਫਰਕ ਪੈ ਗਿਆ ਹੈ। ਜਦੋਂ ਆਪਣੇ ਘਰ ਦੇ ਵਿੱਚ ਆ ਕੇ ਦੇਖਦਾ ਵਾਕਈ ਮੇਰੇ ਘਰ ਨੂੰ ਚੋਰ ਲੱਗੇ ਹੋਏ, ਕੁਕਰਮੀ ਲੱਗੇ ਹੋਏ, ਫਿਰ ਉਸ ਵੇਲੇ ਸ਼ਰਾਪ ਦੇ ਕੇ ਉਹਨਾਂ ਦੁਸ਼ਟਾਂ ਨੂੰ ਉਹਨਾਂ ਦੇ ਕੀਤੇ ਪਾਪ ਦੀ ਸਜ਼ਾ ਦਿੱਤੀ ਹੈ। ਕਹਿਣ ਤੋਂ ਭਾਵ ਇਹ ਹੈ ਨਿਤਨੇਮ ਦਾ ਸਮਾਂ ਇੱਕ ਹੋਣਾ ਚਾਹੀਦਾ ਹੈ। ਇਹ ਵੇਦ ਸ਼ਾਸਤਰਾਂ ਵਿੱਚ ਵੀ ਬਚਨ ਲਿਖੇ ਔਰ ਇਹ ਬਚਨ ਗੁਰੂ ਪਾਤਸ਼ਾਹ ਨੇ ਵੀ ਸਾਨੂੰ ਸਮਝਾਏ। ਆਪਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਗੁਰੂ ਪਾਤਸ਼ਾਹ ਦਾ ਜੀਵਨ ਪੜ੍ਹ ਲਈਏ, ਉਹਦੇ ਵਿੱਚ ਬਚਨ ਇਹ ਆਵੇਗਾ, ਇੱਕ ਪਹਿਰ ਰਾਤ ਰਹਿੰਦਿਆਂ ਮਹਾਰਾਜ ਉੱਠ ਕੇ ਤੇ ਨਿਤਨੇਮ ਦੇ ਵਿੱਚ ਸਿਮਰਨ ਵਿੱਚ ਜੁੜ ਜਾਂਦੇ। ਇੱਕ ਪਹਿਰ ਜਾਂ ਸਵਾ ਪਹਿਰ ਰਾਤ ਰਹਿੰਦਿਆਂ ਇਹ 2:30 ਜਾਂ 3 ਵਜੇ ਦਾ ਸਮਾਂ ਹੈ ਅੰਮ੍ਰਿਤ ਵੇਲੇ ਦਾ। ਸੋ ਇਸ ਵੇਲੇ ਮਹਾਰਾਜ 2:15 ਵਜੇ 2:30 ਵਜੇ ਉੱਠ ਕੇ ਪਾਤਸ਼ਾਹ ਜੀ ਇਸ਼ਨਾਨ ਕਰਕੇ ਤੇ ਨਿਤਨੇਮ ਸਿਮਰਨ ਵਿੱਚ ਜੁੜ ਜਾਂਦੇ। ਔਰ ਗੁਰੂ ਕੇ ਸਿੱਖ ਨੂੰ ਵੀ ਇਹ ਮਹਾਰਾਜ ਜੀਆਂ ਨੇ ਹੁਕਮ ਕੀਤਾ ਹੈ ਵੀ ਇਸ ਸਮੇਂ ਤੂੰ ਬੈਠ ਕੇ ਨਾਮ ਨੂੰ ਜਪਣਾ ਹੈ, ਬੰਦਗੀ ਨੂੰ ਕਰਨਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਹਰ ਆਰਾਧਨਾ ਜਾਣਾ ਰੇ, ਮੈਂ ਰਾਧਦਾ ਤੇ ਹਾਂ, ਨਾਮ ਜਪਦਾ ਤੇ ਹਾਂ, ਪਰ ਨਾਮ ਜਪਣ ਦੀ ਵਿਧੀ ਦਾ ਮੈਨੂੰ ਪਤਾ ਨਹੀਂ ਹੈ, ਤਰੀਕਾ ਮੇਰੇ ਕੋਲ ਕੋਈ ਨਹੀਂ ਹੈ। ਜਦੋਂ ਜੀ ਕੀਤਾ ਲੱਗ ਪਿਆ, ਜਦੋਂ ਜੀ ਕੀਤਾ ਛੱਡ ਦਿੱਤਾ, ਜਦੋਂ ਜੀ ਕੀਤਾ ਗੱਲਾਂ ਕਰਨ ਲੱਗ ਪਿਆ। ਕਹਿਣ ਲੱਗੇ ਨਹੀਂ ਭਾਈ, ਹਰ ਆਰਾਧਨਾ ਜਾਣਾ ਰੇ, ਪਰਮਾਤਮਾ ਦੇ ਨਾਮ ਦਾ ਆਰਾਧਨ ਵਿਧੀ ਪੂਰਵਕ ਹੋਣਾ ਚਾਹੀਦਾ। ਪ੍ਰਾਪਤੀ ਤਾਂ ਹੋਵੇਗੀ ਵਿਧੀ ਦੇ ਵਿੱਚ, ਮਰਿਆਦਾ ਦੇ ਵਿੱਚ। ਮਰਿਆਦਾ ਬਹੁਤ ਜ਼ਰੂਰੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਪਰਮਾਤਮਾ ਨੇ ਪਰਉਪਕਾਰ ਤੇ ਬੜੇ ਕੀਤੇ, ਪਰ ਮੈਂ ਮੂਰਖ ਨੇ ਇੱਕ ਵੀ ਉਹਦੇ ਪਰਉਪਕਾਰ ਨੂੰ ਨਹੀਂ ਸਮਝਿਆ, ਨਾ ਹੀ ਉਸ ਦੇ ਆਰਾਧਨ ਨੂੰ ਵਿਧੀ ਪੂਰਵਕ ਜਾਣਿਆ ਹੈ। ਹਰ ਹਰ ਗੁਰ ਗੁਰ ਕਰਤਾ ਰੇ। ਵੇਖ ਕੇ ਜੇ ਕਿਸੇ ਨੇ ਹਰੇ ਹਰੇ ਆਖਿਆ ਤੇ ਮਗਰ ਲੱਗ ਗਿਆ, ਮੈਂ ਵੀ ਹਰ ਹਰ ਕਹਿ ਦਿੱਤਾ। ਜੇ ਕਿਸੇ ਨੇ ਗੁਰ ਗੁਰ ਆਖਿਆ ਤੇ ਮਗਰ ਲਾ ਕੇ ਗੁਰ ਗੁਰ ਕਹਿ ਦਿੱਤਾ। ਕੋਈ ਰਾਮ ਰਾਮ ਕਰਦਾ, ਕੋਈ ਅੱਲਾ ਅੱਲਾ ਕਰਦਾ, ਕੋਈ ਸੋਹੰਗ ਦਾ ਜਾਪ ਕਰਦਾ। ਜਿੱਧਰ ਨੂੰ ਕਿਸੇ ਨੇ ਉਂਗਲ ਫੜ ਕੇ ਤੋਰਿਆ ਉਧਰ ਨੂੰ ਹੀ ਚੱਲ ਪਿਆ। ਅੱਜ ਇਸ ਨਾਮ ਨੂੰ ਜਪਿਆ, ਕੱਲ ਨੂੰ ਦੂਜਾ ਨਾਮ ਪਕੜ ਲਿਆ, ਪਰਸੋਂ ਤੀਜਾ ਨਾਮ ਪਕੜ ਲਿਆ। ਇਹ ਸਾਡੀ ਹਾਲਤ ਬਣੀ ਹੋਈ ਹੈ, ਦੂਜਿਆਂ ਦੇ ਵੱਲ ਵੇਖ ਕੇ ਕਰਮ ਕਰਨਾ। ਕੁਝ ਵਿਅਕਤੀ ਇਹੋ ਜਿਹੇ ਨੇ ਦੁਨੀਆ ਦੇ ਵਿੱਚ, ਉਹ ਗੁਰਬਾਣੀ ਦੇ ਸ਼ਬਦਾਂ ਨੂੰ ਵੀ ਇਸੇ ਤਰ੍ਹਾਂ ਜਪਦੇ ਨੇ। ਆਹ ਗੁਰਬਾਣੀ ਦਾ ਸ਼ਬਦ ਮੈਨੂੰ ਬਿਮਾਰੀ ਤੋਂ ਬਚਾਵੇਗਾ, ਆਹ ਗੁਰਬਾਣੀ ਦਾ ਸ਼ਬਦ ਮੈਨੂੰ ਬਹੁਤੀ ਮਾਇਆ ਦੇਵੇਗਾ, ਆਹ ਗੁਰਬਾਣੀ ਦਾ ਸ਼ਬਦ ਮੈਨੂੰ ਦੁਨੀਆ ਵਿੱਚ ਬੜੀ ਪ੍ਰਸਿੱਧੀ ਦੇਵੇਗਾ। ਉਹਨਾਂ ਨੇ ਗੁਰਬਾਣੀ ਦੇ ਸ਼ਬਦਾਂ ਵਿੱਚ ਵੰਡੀ ਪਾਈ ਹੋਈ ਹੈ। ਇਹ ਸ਼ਬਦ ਨੂੰ ਅੱਧਾ ਘੰਟਾ ਜਪਣਾ, ਇਹ ਸ਼ਬਦ ਨੂੰ ਮੈਂ 15 ਮਿੰਟ ਜਪਣਾ ਹੈ। ਆਹ ਸ਼ਬਦ ਲਿਖਵਾ ਕੇ ਕੰਧ ਦੇ ਉੱਪਰ ਟੰਗਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਕਿਹੜੇ ਮਨਮੋਹ ਕਰਮਾਂ ਵਿੱਚ ਪੈ ਗਿਆ, ਕਿਹੜੇ ਭਰਮਾਂ ਵਿੱਚ ਪੈ ਗਿਆ। ਗੁਰੂ ਕਿਹਾ ਸਿੱਖਾ, ਬਾਣੀ ਤੇ ਸਾਰੀ ਨਾਮ ਰੂਪ ਹੀ ਹੈ। ਜਿਹੜੇ ਮਰਜ਼ੀ ਗੁਰਬਾਣੀ ਦੇ ਸ਼ਬਦ ਨੂੰ ਤੂੰ ਜਪ ਸਕਦਾ ਅਤੇ ਜਿਹੜੀ ਵੀ ਅਰਦਾਸ ਕਰੇਗਾ ਉਹ ਫਲ ਤੈਨੂੰ ਪ੍ਰਾਪਤ ਹੋ ਜਾਣਾ ਹੈ। ਪਰ ਦੂਜਿਆਂ ਦੇ ਵੱਲ ਵੇਖ ਕੇ ਹਰ ਹਰ ਗੁਰ ਗੁਰ ਕਰਤਾ ਰੇ, ਜਿੱਧਰ ਨੂੰ ਕਿਸੇ ਨੇ ਉਂਗਲ ਫੜ ਕੇ ਤੋਰਿਆ ਉਹਦੇ ਨਾਲ ਚੱਲ ਕੇ ਉਹਦਾ ਜਾਪ ਸ਼ੁਰੂ ਕਰ ਦਿੱਤਾ। ਕੁਝ ਲੋਕ ਉਹ ਨੇ ਦੁਨੀਆ ਵਿੱਚ ਜਿਹੜੇ ਸਾਰੀ ਉਮਰ ਗੁਰੂ ਹੀ ਧਾਰਨ ਕਰਦੇ ਰਹਿੰਦੇ। ਪਹਿਲਾਂ ਇੱਕ ਦੇ ਡੇਰੇ ਜਾ ਕੇ ਮੱਥਾ ਟੇਕਿਆ, ਉੱਥੋਂ ਨਾਮ ਲੈ ਲਿਆ, ਨਹੀਂ ਇੱਥੇ ਕੁਝ ਨਹੀਂ ਹੈ, ਫਿਰ ਦੂਜੇ ਕੋਲ ਚਲਾ ਗਿਆ, ਤੀਜੇ ਕੋਲ ਚਲਾ ਗਿਆ, ਚੌਥੇ ਕੋਲ ਚਲਾ ਗਿਆ। ਸਾਰੀ ਉਮਰ ਬਸ ਇਹੋ ਹੀ ਪ੍ਰੀਖਣ ਹੀ ਕਰਦੇ ਰਹੇ, ਕਿੱਥੋਂ ਕੀ ਹੁੰਦਾ, ਕਿੱਥੇ ਕੀ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਵਿਧੀ ਪੂਰਵਕ ਉਹਦੇ ਨਾਮ ਨੂੰ ਤੂੰ ਜਪਨਾ ਕਰ। ਹਰ ਜਿਉ ਨਾਮ ਪਰਿਓ ਰਾਮਦਾਸ। ਨਾਮ ਜਪਦੇ ਨੇ ਉਹ ਫਿਰ ਦਾਸ ਬਣ ਜਾਂਦੇ, ਸੇਵਕ ਬਣ ਜਾਂਦੇ। ਪਰ ਜਿਨ੍ਹਾਂ ਨੇ ਮਨ ਕਰਕੇ ਜਪਿਆ, ਇੱਥੇ ਮਹਾਰਾਜ ਕਹਿਣ ਲੱਗੇ, ਹਰ ਹਰ ਗੁਰ ਗੁਰ ਕਰਤਾ ਰੇ। ਮੈਂ ਮੂੰਹੋਂ ਲੋਕਾਂ ਨੂੰ ਸੁਣਾ ਕੇ ਆਖਦਾ ਸੀ ਹਰ 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 ਹਰ। ਜੇ ਕੋਈ ਕੋਲ ਆ ਗਿਆ ਤੇ ਉਹਨੂੰ ਸੁਣਾ ਕੇ ਕਹਿਣਾ ਗੁਰ 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 ਗੁਰ, ਕਦੇ ਰਾਮ ਰਾਮ, ਕਦੇ ਅੱਲਾ ਅੱਲਾ। ਦੁਨੀਆ ਨੂੰ ਸੁਣਾ ਕੇ ਨਾਮ ਜਪਦਾ। ਜਦੋਂ ਦੁਨੀਆ ਨੂੰ ਪਤਾ ਲੱਗਾ ਵੀ ਮੈਂ ਬੜਾ ਭਜਨੀਕ, ਬੜਾ ਨਾਮ ਜਪਦਾ, ਦੁਨੀਆ ਨੇ ਮੇਰਾ ਨਾਮ ਹੀ ਰੱਖ ਦਿੱਤਾ, ਹਰ ਜੀਓ ਨਾਮ ਪਰਿਓ ਰਾਮਦਾਸ। ਇਹ ਤੇ ਰੱਬ ਦਾ ਸੇਵਕ ਹੈ, ਇਹ ਤੇ ਰੱਬ ਦਾ ਭਗਤ ਹੈ। ਪਰ ਦੁਨੀਆ ਨੂੰ ਕੀ ਪਤਾ ਮੈਂ ਤੇ ਕਪਟ ਕਰਦਾ ਪਿਆ,
मैं तो छल करदा पिया। जदों मेरे कोल कोई आ जांदा मैं उची उची वाहिगुरू वाहिगुरू कहन लग पिया। जदों मेरे कोल कोई लंघदा पिया उची उची जपजी साहब का पाठ शुरू कर दिता। जदों चले गया तो फिर छड़ दिता। दुनिया नूं विखावा करदा पिया। कहन लगे दुनिया ने वेख्या ये तो बंदा बड़ा भजनीक है, जदों ये कोलों लंघीए बैठीए उदों रब का नाम ये जपदा ही हुंदा है। दुनिया ने लोगों ने मेरा नाम रख दिता, हर जीओ नाम भरियो रामदास है परमात्मा। मैनू दुनिया आखदी मैं रब का भगत बन गया, सेवक बन गया, मेरा तो ये दुनिया ने नाम रख दिता है। दीन दयाल कृपाल सुख सागर सर्ब कटा भरपूरी रे। गुरु जी रहाओ दा बंद बख्शिश कर दे, रहाओ दा उपदेश दिंदिया होया महाराज फरमाउंदे दीन दयाल कृपाल सुख सागर वो परमात्मा दीना ते दयालता करने वाला बड़ा भारी कृपालू सुखां दा समुंदर सर्व घटा भरपूरी रे। सारिया हिरदियां में वो परमात्मा परिपूर्ण बैठा है। देखत सुनत सदा है संगे मैं मूर्ख जानिया दूरी रे। परमात्मा सदा ही वेखदा पिया, मेरे कीते करतब्बां नूं हर वेले वो वेखदा पिया। सुनत मैं जो मूँह कहंदा पिया वो भी वो सुनदा पिया। ਜਿਹੜੇ बचन मैं मूँह नहीं कह अपने मन में सोचे ने वो भी परमात्मा सुनता पिया। मैं दिमाग में की सोचता पिया, चंगा विचार के माड़ा विचार, भले का के बुरे का, परमात्मा वो भी सुनता है। पेखत सुनत वेखदा भी पिया सुनता भी पिया। सदा है संगे वो परमात्मा सदा मेरे अंग संग सदा मेरे नाल है। पर मैं मूर्ख जानिया दूरी रे, मैं तो रब नूं दूर समझ लिया। मेरे घर तो गुरुद्वारा इन्ने किलोमीटर है, मेरे घर तो मंदिर मसीत इन्नी दूर है, रब तो उत्थे बैठा होया, वो किहड़ा मेरी गल नूं जानदा पिया। मैं आसे पासे हो के जो मर्जी करी जावां। अच्छा कह लगे मूर्खां वाली हरकत है, रब नूं दूर जान के बैठ गया पर वो परमात्मा है बिल्कुल तेरे नेड़े। पर जिहड़ा दूर जान के इस तरह के कर्म करता है उसनों मूर्ख आख्या है। हर बेअंत हो मित कर वर्णो क्या जाना होए कैसो रे। है बेअंत, ओदा किसी तरह अंत नहीं है। ना वेख के अंत पैंदा है, ना उहदे नाम नूं सुन के अंत पैंदा है, ना उहदा नाम जप के अंत पैंदा है। परमात्मा का अंत पाउणा तो दूर की गल है। परमात्मा ने जिहड़ी सृष्टि बनाई है इहदा अंत नहीं कोई पा सकिया। महाराज कहन लगे हर बेअंत परमात्मा है बेअंत। हाँ मित कर वर्णो, मैं उन्होंने केवल मर्यादा में बन दिता, गिनती में लै आंदा। परमात्मा इन्ना को वड्डा होवेगा, इन्ना को वड्डा होवेगा। जिवें डड्डू ने आख्या, डड्डू नूं बगले ने आख्या डड्डू नूं चल डड्डू तैनूं समुंदर में लै चलीए, समुंदर बड़ा वड्डा है। तो जिहड़ा डड्डू है उसकी सोच छोटी है। उन्हें खूह दे विच बैठे हुए डड्डू ने एक छाल मारी, कहन लगा बगलिया समुंदर इन्ना को वड्डा होवेगा। बगले ने आख्या नहीं एडा वड्डा नहीं, इस तो भी किते वड्डा है। डड्डू ने दूजी छाल मार दी, कहन लगा फिर समुंदर इन्ना वड्डा होवेगा। तो बगले ने आख्या नहीं इस तो भी वड्डा है। जदों तीजी छाल मारी तो खूह दे दूसरे पासे आ गया, जिहड़े पासे वो चलिया सी ना दूजे पासे तिन्ना छालां विच डड्डू पहुँच गया। फिर कहन लगा भी समुंदर इन्ना वड्डा होवेगा। बगले ने आख्या नहीं होए तेरियां छालां मुक जाणगियां, समुंदर कोई नहीं मुकना, वो तो बड़ा वड्डा है। आ खूहां दी की गिनती करदा है। जदों ये गल सुनी बगले कोलों तो डड्डू कहन लगा जा मैं नहीं मनदा इस गल नूं, इस तो वड्डा ते समुंदर हो ही नहीं सकता है। सो ओदी सोच उतों तक सीमित है। बस जिथे मैं बैठा जो मैं कहंदा जो मैं देखिया है बस इहो ही है सब कुछ। महाराज कहन लगे ए व्यक्ति तेरी जिहड़ी सोच है ना डड्डू वर्गी हो गई है। परमात्मा है तो बड़ा बेअंत बड़ा वड्डा समुंदर दे वांग, पर मित कर वर्णो तू उसनों गिणती मिणती विच वर्णन करन लग पिया। परमात्मा इन्ना वड्डा है, उहदे इन्ने नाम ने, उहदी इस तरह प्राप्ति है, तू मर्यादा विच उसनूं लै आंदा, गिणती विच लै आंदा। हर बेअंत हो मित कर वर्णो क्या जाना होए कैसो रे। कि मैं की जानदा मेरे नाल की होवेगा, क्योंकि मैं परमात्मा की सिफत नहीं ना कर पाया। तू सुल्तान कहाँ हो मियाँ तेरी कवन वडाई। गुरु नानक देव पातशाह महाराज दे बचन
परमात्मा तू है ते चक्रवर्ती बादशाह, पूरी दुनिया का मालक, इन्ना वड्डा राजा, पर मैं तैनू केवल एक मियाँ कह के तेरी वडियाई करके बड़ा खुश होंदा भी मैं तो बड़ी वडियाई की है। हुण मियाँ एक आम व्यक्ति नूं कहा जाता, एक पिंड दे व्यक्ति नूं जां पिंड दे किसी मूतबार नूं कह दिता मियाँ जी आओ जी बैठो जी। हुण उसे नाम दे नाल जे बादशाह नूं संबोधन करांगे तो बादशाह दे नाराज़ ही होवेगा ना भी मैं तो इन्ना वड्डा, ये मैनूं एक पिंड दा आम व्यक्ति जान के ते मेरे नाल गल करदा पिया। कहन लगे परमात्मा है तो भाई सुल्तान है तो बेअंत, पर असी उन्होंने मियाँ कह के छोटा जा कह के वो धरती का मालक है, वो सूरज का मालक है, समुद्र का मालक है, शरीर का मालक है, घर बार का मालक है, बस इन्ना को कह के उन्होंने वर्णन कर छड्डदे। वड्डे परमात्मा नूं छोटा असी कर दिता है, पर उहदा किसी तरह भी कोई अंत नहीं है। हों बेअंत हर बेअंत हों मित कर वरनो, परमात्मा बेअंत मैं छोटा कह दिता। कहन लग्या क्या जानना होए कैसो रे, जो मैं उहदी वडियाई नहीं कर पाया मैं की जानदा मेरा की हाल दरगाह विच होवेगा, इस गल नूं मैं जानदा नहीं। हाँ करो बेनती सतगुर अपने, मैं मूर्ख देहो उपदेसो रे। सतगुरां दे अगे बेनती करदा तरला करदा महाराज मैं ते बहुत वड्डा मूर्ख हाँ, मैं अपने आप नूं मूर्ख ही समझदा हाँ, मैनू मूर्ख नूं अपना उपदेश दे दिओ, तुहाडे उपदेश दे नाल मैनू प्राप्ति हो जानी है। तुसीं उपदेश दिओगे तो मेरा भला हो जाना, तुहाडे उपदेश तो बिना मेरा पार उतारा नहीं है। मैं मूर्ख की केतक बात है, कोट अपराधी तरया रे। सतगुरु कृपा कर देन, एक मूर्ख दी की गल है, मैं मूर्ख की केतक बात है। गुरु कृपा करे मेरे वर्गे मूर्ख दी की गल है, गुरु रहमत हो जावे कोट अपराधी तरया रे। करोड़ा अपराध भावें व्यक्ति ने कीते होण, वड्डा भारी वो पापी क्यों ना होवे, उहदा भी वो पार उतारा कर देंदे जे गुरु रहमत कर देवे। वड्डे वड्डे पापियां दा पार उतारा सज्जन ठग दा इतिहास पढ़ लईए, कहन लगे पता नहीं किन्ने कु लोकां नूं इसने लुटिया, किन्ने कु लोकां नूं डराया, किन्ने कु लोकां नूं कतल करके बाहर वगदे सूए विच सटिया है, किन्नियां कु लोकां दा वो कातल है, किन्नियां कु नूं लुटण वाला, किन्नियां कु दी इज्जत लुटण वाला, एडा वड्डा पापी वो सज्जन। पर जदों गुरु नानक देव महाराज ने रहम कीता, इहदे कोल गए तो झट ही इस नूं बख्श दिता, मुआफ कर दिता। महाराज फरमाउंदे कहन लगे मैं मूर्ख की केतक बात है, साडे गुनाह दे सज्जन नालों हो सकदा घट ही होण, साडे वर्गे गुनाह करन वालियां दी की गल है। जदों गुरु बख्शिश करदा है कोट अपराधी तरया रे, करोड़ा जिन्हां ने अपराध कीते गुनाह कीते सज्जन वर्गियां ने, वेसवा गणका वर्गियां ने, इस तरह ब्राह्मण अजामल वर्गियां ने, किन्ने किन्ने भावें पाप क्यों ना कीते, कहन लगे जे गुरु माफ़ करन ते आ जावे इन्ने पापां गुनाहां नूं भी गुरु पातशाह माफ़ कर दिंदे हन। गुरु नानक जिन सुनिया पेखिया से फिर गरभास ना पड़िया रे। पातशाह बख्शिश कर दे जिन्हां ने साहिब गुरु नानक दे पातशाह जियां दे जस नूं सुनिया है, जां आपां कह लईए उपदेश नूं सुनिया है। ये जो गुरबाणी उपदेश ही दे रही है ना आपां नूं, जिन्हां ने ये उपदेशक बाणी नूं सुनिया, जां जिन्हां ने गुरु नानक साहब महाराज दे जस नूं वडियाई नूं गुरबाणी विच सुनिया है, सतगुरु फरमाउंदे गुरु नानक जिन सुनिया पेखिया, सुनिया अते जिन्हां ने गुरु नानक साहब नूं वेखिया है, जिन्हां ने गुरु नानक साहब दे दर्शन कीते, जां कह लईए जिन्हां ने साहिब गुरु ग्रंथ साहिब पातशाह दे दर्शन कीते, से फिर गरभास ना भरिया रे। वो फिर जीव जिहड़ा है ना मुड़ के जूनी विच नहीं आउंदा, संसार विच नहीं आउंदा, माता दे गर्भ राहीं जन्म लैके दुनिया ते नहीं आवेगा। जिसने गुरु नानक साहब दे जस नूं सुनिया, जिसने गुरु नानक साहब दे उपदेश नूं सुनिया, जां जिसने गुरु नानक साहब दी बाणी दे दर्शन कीते, साहिब गुरु ग्रंथ साहिब पातशाह दे रूप दे विच वो माता दे गर्भ राहीं नहीं पैणगे, संसार विच नहीं आउणगे वार वार, ऐसियां बख्शिशां उन्हां नूं प्राप्त होंदियां। फिर फरमाउंदे हन गुरु नानक जिन सुनिया पेखिया से फिर गरभास ना भरिया रे। बख्शिश कर दे कहन लगे जिहड़ा द्वैत रूप ब्रह्म परमात्मा है, उस परमात्मा दे जस नूं जिन्हां ने सुनिया है, जिन्हां ने मन्निया है,
ਜਿਨ੍ਹਾਂ ਨੇ ਨਿਰਧਿਆਸਨ ਕਹੀਏ ਕਮਾਈ ਕੀਤੀ ਹੈ, ਇਹੋ ਜਿਹੀਆਂ ਜਿਹੜੀਆਂ ਪਵਿੱਤਰ ਰੂਹਾਂ ਗੁਰਮੁਖ ਨੇ, ਜਿਨ੍ਹਾਂ ਨੇ ਦਵੈਤ ਰਹਿਤ ਪਰਮਾਤਮਾ ਦੇ, ਜਿਨ੍ਹਾਂ ਨੇ ਜਸ ਨੂੰ ਸੁਣਿਆ ਮੰਨਿਆ ਤੇ ਕਮਾਈ ਕੀਤੀ ਹੈ, ਇਹੋ ਜਿਹੇ ਜਿਹੜੇ ਗੁਰਮੁਖ ਨੇ, ਪਾਤਸ਼ਾਹ ਕਹਿਣ ਲੱਗੇ ਉਹਨਾਂ ਗੁਰਮੁਖਾਂ ਨੂੰ ਦਾਤ ਇਹ ਪ੍ਰਾਪਤ ਹੋਵੇਗੀ ਕਿ ਉਹ ਜਿਹੜੇ ਗੁਰਮੁਖ ਨੇ ਉਹ ਪਰਮਾਤਮਾ ਦੀ ਸਰੂਪ ਦੀ ਪ੍ਰਾਪਤੀ ਵਾਲੇ ਬਣ ਜਾਣਗੇ, ਉਹਨਾਂ ਨੂੰ ਸਰੂਪ ਪ੍ਰਾਪਤ ਹੋ ਜਾਵੇਗਾ। ਫਿਰ ਗਰਭਾਸ ਨਾ ਪਰਿਆ ਰੇ, ਜਿਨ੍ਹਾਂ ਨੂੰ ਪਰਮਾਤਮਾ ਦੇ ਦਿਦਾਰੇ ਹੀ ਪ੍ਰਾਪਤ ਹੋ ਗਏ, ਸਰੂਪ ਦੀ ਪ੍ਰਾਪਤੀ ਹੋ ਗਈ, ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਹੋ ਗਏ, ਉਹ ਵਿਅਕਤੀ ਫਿਰ ਦੁਬਾਰਾ ਸੰਸਾਰ ਵਿੱਚ ਜਨਮ ਲੈ ਕੇ ਨਹੀਂ ਆਵੇਗਾ। ਬਾਹਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵੇਂਗੇ। ਉਹ ਗੁਰਮੁਖ ਜਿਹੜੇ ਨੇ ਹੁਕਮ ਨੂੰ ਜਾਣ ਕੇ ਉਹਦੇ ਵਿੱਚ ਸਮਾ ਜਾਂਦੇ, ਸੰਸਾਰ ਵਿੱਚ ਜਨਮਾਂ ਵਿੱਚ ਨਹੀਂ ਆਉਣਗੇ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਪਦੇਸ਼ ਬਖਸ਼ਿਆ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਭੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਵਾਹਿਗੁਰੂ ਜੀ ਕਾ ਖਾਲਸਾ,